ਸੰਬੰਧ ਹੈ। ਅਸੀਂ ਕੁਛ ਬਾਹਰ ਹਾਂ, ਕੁਛ ਅੰਦਰ ਹਾਂ। ਇੱਕ ਸਵਾਸ ਅਸੀਂ ਬਾਹਰ ਕੱਢਦੇ ਹਾਂ, ਇੱਕ ਅੰਦਰ ਲੈ ਲੈਂਦੇ ਹਾਂ। ਜੇ ਸਿਰਫ ਅੰਦਰ ਲਈਏ ਤੇ ਕਹੀਏ ਬਾਹਰ ਨਹੀਂ ਕੱਢਣਾ, ਤਾਂ ਵੀ ਅਸੀਂ ਨਹੀਂ ਰਹਿ ਸਕਾਂਗੇ। ਔਰ ਜੇ ਬਾਹਰ ਹੀ ਸਵਾਸ ਕੱਢ ਦਈਏ ਤੇ ਫਿਰ ਅੰਦਰ ਨਾ ਲੈ ਜਾਈਏ, ਤਾਂ ਵੀ ਜੀਵਣਾ ਔਖਾ ਹੋਵੇਗਾ। ਇੱਥੋਂ ਹੀ ਅਧਿਆਤਮਵਾਦੀਆਂ ਨੇ ਇਹ ਤੱਤ ਕੱਢਿਆ ਕਿ ਅਸੀਂ ਕੁਛ ਬਾਹਰ ਹਾਂ, ਕੁਛ ਅੰਦਰ ਹਾਂ। ਸਾਡੀ ਦੁਨੀਆ ਕੁਛ ਬਾਹਰ ਹੈ, ਕੁਛ ਅੰਦਰ ਹੈ। ਕੁਛ ਬਾਹਰ ਦੀ ਦੌਲਤ ਹੈ, ਕੁਛ ਅੰਦਰ ਦੀ ਦੌਲਤ ਹੈ। ਕੁਛ ਬਾਹਰ ਦਾ ਕੁਟੁੰਬ ਪਰਿਵਾਰ ਹੈ, ਕੁਛ ਅੰਦਰ ਦਾ ਕੁਟੁੰਬ ਪਰਿਵਾਰ ਹੈ। ਬਾਹਰ ਦਾ ਜੋ ਕੁਟੁੰਬ ਪਰਿਵਾਰ ਹੈ ਸਾਡਾ, ਉਸ ਦੀ ਤੇ ਸੂਝ ਬੂਝ ਸਾਨੂੰ ਪੂਰਨ ਰੂਪ ਦੇ 'ਚ ਹੈ। ਪਰ ਅੰਦਰ ਦਾ ਸਾਡਾ ਕੀ ਪਰਿਵਾਰ ਹੈ, ਇਸ ਦੀ ਜਾਣਕਾਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਾਉਂਦੇ ਨੇ। ਦੂਸਰੀ ਉਦਾਸੀ ਦਾ ਭਰਮਣ ਕਰਕੇ ਜਦ ਆਪ ਤੀਸਰੀ ਉਦਾਸੀ ਦੀ ਪੂਰਨ ਰੂਪ ਦੇ ਤਿਆਰੀ ਕਰਨ ਲੱਗੇ, ਤਾਂ ਆਪ ਦੀ ਮਾਤਾ ਜਗਤ ਮਾਤਾ ਤ੍ਰਿਪਤਾ ਜੀ ਨੇ ਆਪ ਨੂੰ ਪ੍ਰੇਰਿਆ ਕਿ ਹੁਣ ਤੁਸੀਂ ਕੁਟੁੰਬ ਵਾਲੇ ਹੋ, ਪਰਿਵਾਰ ਵਾਲੇ ਹੋ, ਤੁਹਾਡੇ ਬੱਚੇ ਹੈਗੇ ਨੇ, ਤੁਹਾਡੀ ਪਤਨੀ ਵੀ ਹੈਗੀ ਹੈ, ਔਰ ਪਰਿਵਾਰ ਵਿੱਚ ਰਹਿਣਾ ਵੀ ਤੁਹਾਡਾ ਧਰਮ ਹੈ, ਮੁੱਖ ਧਰਮ ਹੈ। ਤਾਂ ਉਸ ਵਕਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਮਾਤਾ ਪ੍ਰਤੀ ਜੋ ਬਚਨ ਉਚਾਰਨ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਬਕਾਇਦਾ ਦਰਜ ਨੇ। ਆਪਨੇ ਫਰਮਾਨ ਕੀਤਾ, ਮਾਤਾ ਮੈਂ ਜਿੱਧਰ ਵੀ ਜਾਂਦਾ ਆਪਣਾ ਪਰਿਵਾਰ ਨਾਲ ਲੈ ਕੇ ਜਾਂਦਾ, ਔਰ ਮੈਂ ਕਦੀ ਪਰਿਵਾਰ ਤੋਂ ਵਿਛੜਿਆ ਹੀ ਨਹੀਂ। ਪਰਿਵਾਰ ਮੇਰੇ ਨਾਲ ਹੁੰਦਾ ਜਿਸ ਪਾਸੇ ਵੀ ਮੈਂ ਜਾਵਾਂ। ਤ੍ਰਿਪਤਾ ਜੀ ਹੈਰਾਨ ਹੋ ਗਈਆਂ ਕਿ ਪਰਿਵਾਰ ਨਾਲ ਜਾਂਦਾ, ਅਸੀਂ ਸਾਰੇ ਇੱਥੇ ਹੀ ਆਉਂਦੇ ਹਾਂ, ਕੋਈ ਨਾਲ ਗਿਆ ਨਹੀਂ। ਮਰਦਾਨੇ ਤੇ ਬਾਲੇ ਤੋਂ ਬਿਨਾਂ ਪਰਿਵਾਰ ਦਾ ਕੋਈ ਫਰਦ ਨਾਲ ਨਹੀਂ। ਪਰ ਨਾਨਕ ਜੀ ਕਹਿ ਰਹੇ ਨੇ ਪਰਿਵਾਰ ਮੇਰੇ ਨਾਲ ਹੈ, ਔਰ ਮੈਂ ਜਿੱਧਰ ਜਾਂਦਾ ਪਰਿਵਾਰ ਮੇਰੇ ਨਾਲ ਜਾਂਦਾ ਹੈ। ਇਹ ਤੇ ਸੁਦਾਈਆਂ ਵਾਲੀ ਗੱਲ ਹੋਈ। ਅਕਸਰ ਸੰਸਾਰ ਦੀ ਦ੍ਰਿਸ਼ਟੀ ਦੇ ਵਿੱਚ ਭਗਤ ਲੋਕ, ਮਹਾਂਪੁਰਸ਼ ਪਾਗਲ ਹੀ ਕਹਿਲਾਏ ਗਏ, ਉਹਨਾਂ ਨੂੰ ਪਾਗਲ ਹੀ ਆਖਿਆ ਗਿਆ। ਕਾਰਨ ਉਹਨਾਂ ਦੀ ਵਿਚਾਰ, ਉਹਨਾਂ ਦੇ ਬੋਲ ਸਮਾਜ ਦਾ ਹਿੱਸਾ ਨਹੀਂ ਬਣਦੇ ਸਨ, ਵਿਵਹਾਰ ਦਾ ਹਿੱਸਾ ਨਹੀਂ ਬਣਦੇ ਸਨ। ਰੋਜ਼ਮਰਾ ਦੀ ਜ਼ਿੰਦਗੀ ਵਿੱਚ ਉਹਨਾਂ ਦੇ ਵਿਚਾਰਾਂ ਨੂੰ, ਉਹਨਾਂ ਦੇ ਵਿਵਹਾਰ ਨੂੰ, ਉਹਨਾਂ ਦੇ ਬਚਨਾਂ ਨੂੰ ਢਾਲਣਾ ਬੜੀ ਔਖੀ ਗੱਲ ਹੋ ਗਈ। ਜਿਸ ਤਰ੍ਹਾਂ ਪਾਗਲ ਦੇ ਬੋਲ ਸੰਸਾਰ ਨਾਲ ਤਾਲਮੇਲ ਨਹੀਂ ਖਾਂਦੇ, ਸਮਾਜ ਦਾ ਹਿੱਸਾ ਨਹੀਂ ਬਣਦੇ, ਭਗਤਾਂ ਦੇ ਬੋਲ ਵੀ ਸਮਾਜ ਦਾ ਹਿੱਸਾ ਨਹੀਂ ਬਣਦੇ। ਇਸ ਵਾਸਤੇ ਜਿੱਥੇ ਪਾਗਲ ਸਮਾਜ ਨਾਲੋਂ ਟੁੱਟ ਜਾਂਦਾ ਹੈ, ਕਰੀਬਨ ਭਗਤ ਵੀ ਸਮਾਜ ਨਾਲੋਂ ਟੁੱਟ ਜਾਂਦੇ ਨੇ। ਅੱਜ ਤੱਕ ਦਾ ਇਤਿਹਾਸ ਇਹੀ ਕਹਿੰਦਾ ਹੈ। ਔਰ ਗੁਰੂ ਨਾਨਕ ਦੀ ਬਾਣੀ ਨੇ ਤੇ ਸਾਫ਼ ਫੈਸਲਾ ਕੁਨ ਗੱਲ ਕਹਿ ਦਿੱਤੀ ਹੈ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤ ਤੇ ਸੰਸਾਰੀ ਦਾ ਜੋੜ ਕਦੀ ਜੁੜਿਆ ਹੀ ਨਹੀਂ, ਮੇਲ ਕਦੀ ਹੋਇਆ ਹੀ ਨਹੀਂ। ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਆਖਿਆ ਕਿ ਪਰਿਵਾਰ ਮੇਰੇ ਨਾਲ ਜਾਂਦਾ ਹੈ, ਔਰ ਮੈਂ ਜਿੱਧਰ ਜਾਂਦਾ ਪਰਿਵਾਰ ਅੰਗ ਸੰਗ ਹੈ, ਤਾਂ ਤ੍ਰਿਪਤਾ ਜੀ ਹੱਸ ਪਈਆਂ। ਆਖਣ ਲੱਗੇ, ਨਾਨਕ ਜੀ ਤੁਸੀਂ ਵਾਕਈ ਸੁਦਾਈਆਂ ਦੀ ਤਰ੍ਹਾਂ ਗੱਲ ਕਰਨ ਲੱਗੇ। ਜਗਤ ਤੇ ਸੁਦਾਈ ਕਹਿੰਦਾ ਹੀ ਸੀ ਬਈ ਤੂੰ ਸੁਦਾਈ ਹੈ। ਅੱਜ ਮੈਨੂੰ ਵੀ ਕਹਿਣਾ ਪਏਗਾ ਇਹ ਬੋਲ ਸੁਦਾਈਆਂ ਵਾਲੇ ਨੇ, ਪਾਗਲਾਂ ਵਾਲੇ ਨੇ। ਪਰਿਵਾਰ ਤੇ ਸਾਰਾ ਇੱਥੇ ਹੀ ਹੁੰਦਾ ਹੈ। ਤੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਮਾਂ ਇਹ ਤੇ ਸੋਚਣ ਦੀ ਗੱਲ ਹੈ ਨਾ, ਇਹ ਤੇ ਮਨੁੱਖ ਦੇ ਮੰਨਣ ਦੀ ਗੱਲ ਹੈ। ਮੈਂ ਜੋ ਕਹਿ ਰਿਹਾ ਬਿਲਕੁਲ ਸਹੀ ਕਹਿ ਰਿਹਾ। ਮੈਂ ਜਿੱਧਰ ਜਾਂਦਾ ਮੇਰਾ ਪਰਿਵਾਰ ਮੇਰੇ ਨਾਲ ਜਾਂਦਾ ਹੈ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਾਤਾ ਜੀ ਨੇ ਪੁੱਛ ਲਿਆ, ਇਹ ਦੱਸ ਜਿਹੜਾ ਪਰਿਵਾਰ ਨਾਲ ਜਾਂਦਾ ਹੈ ਉਹਦੇ 'ਚ ਮਾਂ ਹੈ, ਪਿਤਾ ਹੈ? ਸਾਹਿਬ ਕਹਿਣ ਲੱਗੇ, ਹਾਂ, ਜਿਹੜਾ ਪਰਿਵਾਰ ਮੇਰੇ ਨਾਲ ਜਾਂਦਾ ਹੈ ਉਹਦੇ 'ਚ ਮਾਂ ਵੀ ਹੈ। ਤੋ ਹੁਣ ਤੇ ਹੈਰਾਨ ਹੋਈਆਂ ਤੇ ਖਿੜਖਿੜਾ ਕੇ ਹੱਸ ਵੀ ਪਈਆਂ। ਪੁੱਤਰ ਤੂੰ ਵਾਕਈ ਸੁਦਾਈਆਂ ਵਾਲੀ ਗੱਲ ਕਰਦਾ, ਵਾਕਈ ਪਗਲਿਆਂ ਵਾਲੀ ਗੱਲ ਕਰਦਾ। ਮੈਂ ਤੇ ਕਦੀ ਨਾਲ ਨਹੀਂ ਗਈ, ਮੈਂ ਤੇ ਇੱਥੇ ਤਲਵੰਡੀ ਦੇ 'ਚ ਹੀ ਰਹੀ ਹਾਂ, ਪਰ ਤੂੰ ਕਹਿੰਦਾ ਮੇਰੇ ਨਾਲ ਹੈ ਮਾਂ। ਫਿਰ ਸੋਚੀ ਪੈ ਕੇ ਕਹਿੰਦੀਆਂ ਨੇ, ਕਿਧਰੇ ਐਸਾ ਤੇ ਨਹੀਂ ਤੂੰ ਮੇਰੀ ਯਾਦ ਨਾਲ ਲੈ ਜਾਣਾ ਤੇ ਇਹੀ ਆਖਣਾ ਚਾਹੁੰਦਾ ਹੋਵੇਂ ਤੇ ਮੈਂ ਸਮਝਦੀ ਨਾ ਹੋਵਾਂ। ਸਾਹਿਬ ਕਹਿਣ ਲੱਗੇ, ਹਾਂ
कहना ते कुछ मैं ऐसा चाहना मां अजे भी तू नहीं समझी। कहते ने भगतां तो ब्रह्म ਗਿਆਨੀਆਂ तो चार तरह के जिहड़े मनुख ने वो कोई लाभ नहीं उठाते। एक ते मां बाप, दूसरे शरीक, तीसरे जिगरी दोस्त और चौथे दुश्मन। ये कोई लाभ नहीं उठाते। ये उन्हां दी गल नूं समझना भी नहीं चाहते और उन्हां तो लाभ भी नहीं उठाना चाहते। तो ममता दी मारी हुई तृप्ता ममता दी दृष्टि नाल गुरु नानक नूं वेखदी है और गुरु नानक इस दुनिया तो बहुत उच्चे अगांह दी गल कर रहे हैं। मां मैं जिधर जाना परिवार मेरे नाल आउंदा। क्या उस परिवार दे विच मां भी है? हाँ मां भी है। तो तृप्ता जी ने पूछ लिया, नानक जी दसो उस मां दा नां की है जो नाल जांदी है? तो सतगुर माता दा नाम दसते हैं, परिवार दे सारे फर्दां दा नाम दसते हैं और ये शब्द गुरु ग्रंथ साहब जी महाराज के अंदर गौड़ी राग दे दूसरे नंबर ते आया है। सतगुरु कहते हैं माता मत पिता संतोख है, सत भाई कर एह विसेक। मेरी जो माता है वो शुभ मत है, चंगी मत है। ये कदम कदम ते मेरी रखिया कर दी है, मेरी हिफाजत कर दी। असी उसनूं यतीम कहते हैं जिस दी मां मर जाए, पर गुरु नानक कहते नहीं उसनूं यतीम ना आखो जिस दी मां मर जाती है। यतीम उसनूं आखो जिस दी मत मर जाती है। जिस दी मां मर जाए वो जिंदा रहने दे वसीले लभ लैंदा है, ठोकरां तो कई दफा बच भी सकता है, पर जिस दी मत मर जाए वो ते कदम कदम ते ठोकरां खांदा है। बुद्धिहीन मनुख कदम कदम ते ठोकरां खांदे ने। तो साहब कहंदे ने कि चंगी मत श्रेष्ठ मत उत्तम विचार उत्तम फिलसफा प्रभु चिंतन, ये जिहड़ी चंगी मत है ये मेरी मां है और मेरे नाल है और हर कदम ते मेरी हिफाजत कर दी है, मेरी पालना कर दी है, मेरे ते ममता डुलांदी। तो ठीक है चंगी मत ये मां हुई। पिता कौन है? संसार दे जितना सारा अनर्थ चल रहा है ये मत दे मरण नाल चलता है। जब मत मर जाए तो मनुख गुंडा हो जाता है, बदमाश हो जाता है, दुराचारी हो जाता है, चोर बन जाता है। दुनिया दे जिस जिस दी भी मत मर गई है उन्हां मनुखां दे कारण बड़ा अनर्थ है। जिन्हां दी मां मर गई है उन्हां दे कारण करके संसार नूं कोई हानि नहीं है, बल्कि वो ते विचारे दया दे पात्र ने। पर जिन्हां दी मत मर गई है वो ऐसे यतीम ने, कई दफा समुची मनुखता नूं यतीम बनाउण दे विच भागी बन जाते हैं। तो माता मत पिता संतोख। साहब कहते हैं मेरे पिता का नाम है संतोख। ये हर हालत विच मैनूं खुश रखता है। लोभ ते संतोख की व्याख्या दो लफ्ज़ां विच करनी होवे तां इतनी है, जो कुछ है जैसा है सब ठीक है, ये संतोखी की भाव दशा होंदी है। जो कुछ है जैसा है प्रवान है, कबूल है। लोभी की मानसिक दशा की है? जो कुछ है जैसा है कबूल नहीं। जैसा परिवार है, जैसा संसार है, जैसे माँ बाप ने, जैसी धन संपदा है, जैसी मेरी प्रारब्ध है, ये प्रवान नहीं, ये कबूल नहीं। तो जब कबूल नहीं तो दुखी होवेगा, बेचैन होवेगा। आम कहावत है कि लोभी बंदा फुल्लां दी सेज ते भी तड़पदा है, संतोखी बंदा अंगारियां ते बैठ के भी मस्त रहिंदा है। और इस दे सबूत मिले ने गुरु अर्जन देव जी महाराज तत्ती तवी ते बैठ के भी मुस्कुराए ने, प्रभु दे गीत गाए ने। संतोखी मनुख हर हालत विच आनंद विच होवेगा और लोभी मनुख हर हालत विच पीड़ित होवेगा, दुखी होवेगा, परेशान होवेगा। साहिब कहते मेरे पिता का नाम है संतोख। एक गाथा चेते आई है, फातेह आजम सिकंदर कहते ने जद हिंदुस्तान नूं फतेह करने वास्ते आया लंबी चौड़ी सेना लैके, तां जिस वक्त दरिया सिंध अबूर करन लगा, सिंध दे तट दे उत्ते एक अजीब मस्त फकीर लेटिया होया सी रेत दे विच। सेना सारी दरिया पार कर चुकी सी। आखिरी टुकड़ी दे विच सिकंदर आप सी।
ਉਸ ਮਸਤ ਫਕੀਰ ਨੂੰ ਵੇਖ ਕੇ ਰੁਕ ਗਿਆ। ਬਚਪਨ ਤੋਂ ਹੀ ਸਿਕੰਦਰ ਫਕੀਰਾਂ ਦਾ ਮੁਸ਼ਤਾਕ ਰਿਹਾ। ਨੇੜੇ ਚਲਾ ਗਿਆ, ਰੇਤ ਦੇ ਲੇਟਿਆ ਹੋਇਆ ਇਹ ਮਹਾਤਮਾ ਵੇਖਦਾ ਹੈ ਸਿਕੰਦਰ ਨੂੰ, ਪੁੱਛ ਬੈਠਾ, ਸਿਕੰਦਰ ਕਿੱਥੇ ਚਲਿਆ, ਕਿਹੜੇ ਪਾਸੇ ਗਮਨ ਕੀਤਾ? ਸਿਕੰਦਰ ਕਹਿਣ ਲੱਗਾ, ਫਕੀਰ ਸਾਈਂ, ਮੈਂ ਹਿੰਦੁਸਤਾਨ ਫਤਿਹ ਕਰਨ ਚੱਲਾ, ਲੰਬੀ ਚੌੜੀ ਸੈਨਾ ਲੈ ਕੇ। ਤਾਂ ਉਹ ਫਕੀਰ ਕਹਿਣ ਲੱਗਾ, ਠੀਕ ਹੈ, ਇਹ ਦੱਸ, ਜਦ ਤੂੰ ਹਿੰਦੁਸਤਾਨ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ? ਆਖਣ ਲੱਗਾ, ਫਿਰ ਮੈਂ ਹੱਥ ਦੇ ਉੱਤੇ ਹੱਥ ਧਰ ਕੇ ਥੋੜੀ ਬੈਠਣਾ, ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ। ਫਕੀਰ ਕਹਿਣ ਲੱਗਾ, ਜੇ ਤੂੰ ਹੋਰ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਂਗਾ? ਕਹਿੰਦੇ ਨੇ, ਜਿਤਨੇ ਚਿਰ ਤੱਕ ਸਹੀ ਜਵਾਬ ਨਾ ਮਿਲੇ ਸਵਾਲ ਆਪਣੀ ਥਾਂ ਤੇ ਖੜਾ ਰਹਿੰਦਾ ਹੈ। ਸਮਾਧਾਨ ਸਹੀ ਨਾ ਹੋਵੇ ਤਾਂ ਸਮੱਸਿਆ ਆਪਣੀ ਥਾਂ ਤੇ ਖੜੀ ਰਹਿੰਦੀ ਹੈ। ਸਿਕੰਦਰ ਹੈਰਾਨ ਹੋਇਆ, ਸਵਾਲ ਤੇ ਆਪਣੀ ਥਾਂ ਤੇ ਖੜਾ, ਮੈਂ ਜੋ ਵੀ ਜਵਾਬ ਦੇਣਾ ਉਹਦੇ ਨਾਲ ਸਵਾਲ ਮਿਟਦਾ ਨਹੀਂ ਇਸ ਫਕੀਰ ਦਾ। ਤਾਂ ਉਸ ਫਕੀਰ ਨੇ ਕਿਹਾ, ਜੇ ਕਲਪਤ ਕੀਤਾ ਹੋਇਆ ਤੂੰ ਹੋਰ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਂਗਾ? ਤਾਂ ਸਿਕੰਦਰ ਕਹਿਣ ਲੱਗਾ, ਫਿਰ ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ, ਮੈਂ ਬੈਠੇ ਨਹੀਂ ਰਹਿਣਾ, ਮੈਂ ਸੁਸਤ ਆਦਮੀ ਨਹੀਂ ਹਾਂ, ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ। ਫਕੀਰ ਕਹਿਣ ਲੱਗਾ, ਠੀਕ ਹੈ, ਪਰ ਸਵਾਲ ਤੇ ਆਪਣੀ ਥਾਂ ਤੇ ਖੜਾ, ਜੇ ਤੂੰ ਹੋਰ ਮੁਲਕ ਵੀ ਫਤਿਹ ਕੀਤਾ ਫਿਰ ਕੀ ਕਰੇਂਗਾ? ਗੁੱਸੇ ਚ ਆ ਕੇ ਸਿਕੰਦਰ ਕਹਿਣ ਲੱਗਾ, ਮੈਂ ਸਾਰੀ ਦੁਨੀਆ ਫਤਿਹ ਕਰਾਂਗਾ, ਜ਼ਮੀਨ ਦਾ 1 ਇੰਚ ਖਿੱਤਾ ਵੀ ਨਹੀਂ ਰਹਿਣ ਦਿਆਂਗਾ ਜੋ ਮੇਰੇ ਕਬਜ਼ੇ ਦੇ ਚ ਨਾ ਹੋਵੇ, ਜੋ ਮੇਰੀ ਪਕੜ ਦੇ ਚ ਨਾ ਹੋਵੇ, ਮੈਂ ਸਾਰੀ ਦੁਨੀਆ ਫਤਿਹ ਕਰਾਂਗਾ। ਸਿਕੰਦਰ ਸੋਚਦਾ ਹੁਣ ਸਵਾਲ ਖਤਮ, ਪਰ ਨਹੀਂ, ਫਕੀਰ ਫਿਰ ਬੋਲਿਆ, ਅੱਛਾ ਸਿਕੰਦਰ, ਇਹ ਦੱਸ, ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ? ਇਹ ਤੇ ਖਾਬੋ ਖਿਆਲ ਦੇ ਚ ਵੀ ਨਹੀਂ ਸੋਚਿਆ ਸੀ ਸਿਕੰਦਰ ਨੇ ਕਿ ਇਸ ਤੋਂ ਅਗਾਂਹ ਵੀ ਕੋਈ ਜਵਾਬ ਦੇਣਾ ਪਏਗਾ। ਸਿਕੰਦਰ, ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ? ਤਾਂ ਫਿਰ ਸਿਕੰਦਰ ਕਹਿਣ ਲੱਗਾ, ਫਿਰ ਮੈਂ ਆਪਣੇ ਘਰ ਜਾਵਾਂਗਾ, ਆਰਾਮ ਕਰਾਂਗਾ, ਯੂਨਾਨ ਵਾਪਸ ਜਾਵਾਂਗਾ, ਆਰਾਮ ਕਰਾਂਗਾ। ਫਕੀਰ ਕਹਿਣ ਲੱਗਾ, ਤੂੰ 100 ਪੁਆੜੇ ਪਾ ਕੇ ਆਰਾਮ ਕਰੇਂਗਾ ਤੇ ਅਸੀਂ ਆਰਾਮ ਕਰ ਰਹੇ ਹਾਂ, ਅਸੀਂ ਰੇਤ ਵਿੱਚ ਲੇਟੇ ਹੋਏ ਹਾਂ, ਅਸੀਂ ਆਰਾਮ ਕਰਦੇ ਪਏ ਹਾਂ, ਜੇ ਤੂੰ ਆਰਾਮ ਕਰਨਾ ਤੇ ਆ ਇੱਥੇ ਲੇਟ ਜਾ, ਅਸੀਂ ਆਰਾਮ ਦੇ ਚਾਂ। ਤੂੰ 100 ਪੁਆੜੇ ਪਾ ਕੇ ਆਰਾਮ ਕਰੇਂਗਾ ਤੇ ਅਸੀਂ ਆਰਾਮ ਦੇ ਚਾਂ, ਇੱਥੇ ਤੂੰ ਸਵੈਮ ਅੰਦਾਜ਼ਾ ਲਗਾ, ਤੂੰ ਅੱਗੇ ਹੈ ਕਿ ਅਸੀਂ ਅੱਗੇ ਹਾਂ। ਇਤਿਹਾਸ ਗਵਾਹ ਹੈ, ਹਿੰਦੁਸਤਾਨ ਤੋਂ ਵਾਪਸ ਜਾਂਦੇ ਹੋਇਆ ਸਿਕੰਦਰ ਰਸਤੇ ਦੇ 'ਚ ਹੀ ਦਮ ਤੋੜ ਗਿਆ, ਉਹਨੂੰ ਆਰਾਮ ਨਸੀਬ ਨਾ ਹੋਇਆ। ਮਨੁੱਖ ਦੀ ਕਈ ਦਫਾ ਸਾਰੀ ਭੱਜ ਦੌੜ ਆਰਾਮ ਵਾਸਤੇ ਹੁੰਦੀ ਹੈ ਤੇ ਆਰਾਮ ਉਸੇ ਦਿਨ ਨਸੀਬ ਆਉਂਦਾ ਹੈ ਜਦ 4 ਮਨੁੱਖ ਚੁੱਕ ਕੇ ਚਿਤਾ ਤੇ ਰੱਖ ਦਿੰਦੇ ਨੇ। ਇਸ ਤੋਂ ਪਹਿਲੇ ਆਰਾਮ ਕਿੱਥੇ? ਭੱਜ ਦੌੜ ਹੈ ਆਰਾਮ ਵਾਸਤੇ, ਪਰ ਭੱਜ ਦੌੜ ਮਨੁੱਖ ਦੇ ਕੋਲ ਰਹਿ ਜਾਂਦੀ ਹੈ, ਆਰਾਮ ਨਹੀਂ ਰਹਿ ਜਾਂਦਾ। ਪਰ ਜੇ ਮਨ ਦੇ ਸੰਤੋਖ ਹੋਵੇ ਤੇ ਐਸਾ ਮਨੁੱਖ ਹਰ ਵਕਤ ਵਿਸ਼ਰਾਮ ਵਿੱਚ ਹੈ, ਐਸਾ ਮਨੁੱਖ ਹਰ ਵਕਤ ਆਰਾਮ ਵਿੱਚ ਹੈ, ਉਹਦੀ ਭੱਜ ਦੌੜ ਦੇ 'ਚ ਵੀ ਕੁਝ ਵਿਸ਼ਰਾਮ ਹੋਵੇਗਾ। ਤੋ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਸੰਤੋਖ ਮੇਰਾ ਪਿਤਾ ਹੈ, ਮੈਂ ਜਿੱਥੇ ਵੀ ਜਾਣਾ ਇਹ ਮੈਨੂੰ ਵਿਸ਼ਰਾਮ ਦੇ 'ਚ ਰੱਖਦਾ, ਆਰਾਮ ਦਿੰਦਾ, ਸਕੂਨ ਦਿੰਦਾ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹ ਵਿਸੇਖ। ਤੋ ਤ੍ਰਿਪਤਾ ਜੀ ਨੇ ਪੁੱਛਿਆ, ਨਾਨਕ ਜੀ ਇਹ ਤੇ ਗੱਲ ਸਮਝ ਦੇ 'ਚ ਆ ਗਈ ਕਿ ਜੋ ਮਤ ਹੈ, ਸ੍ਰੇਸ਼ਟ ਮਤ ਹੈ, ਇਹ ਤੁਹਾਡੀ ਮਾਂ ਹੈ, ਜੋ ਸੰਤੋਖ ਹੈ ਇਹ ਤੁਹਾਡਾ ਪਿਤਾ ਹੈ। ਪਰ ਪਰਿਵਾਰ ਵਿੱਚ ਸਿਰਫ ਮਾਂ ਬਾਪ ਤੇ ਨਹੀਂ ਹੁੰਦੇ, ਪਤਨੀ ਵੀ ਹੁੰਦੀ ਹੈ। ਅਸੀਂ ਸੁਲੱਖਣੀ ਨਾਲ ਤੁਹਾਡਾ ਵਿਆਹ ਰਚਾਇਆ ਸੀ, ਤੁਹਾਡੇ ਬੱਚੇ ਵੀ ਹਨ। ਜਿਹੜਾ ਪਰਿਵਾਰ ਤੁਹਾਡੇ ਨਾਲ ਜਾਂਦਾ ਹੈ, ਕਿਆ ਉਸ ਦੇ 'ਚ ਪਤਨੀ ਹੈ? ਕਿਆ ਉਸ ਦੇ 'ਚ ਬੱਚੇ ਹੈਗੇ ਨੇ? ਸਾਹਿਬ ਕਹਿੰਦੇ ਨੇ ਹਾਂ। ਸਤਿਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ, ਸਰਮ ਸੁਰਤ ਦੋਏ ਸਸੁਰ ਭਏ, ਕਰਣੀ ਕਾਮਣ ਕਰਮਨ ਲੈ, ਕਰਣੀ ਭਗਤੀ ਉੱਚਾ ਇਖਲਾਕ ਆਚਰਨ। ਇਹ ਭਗਤੀ ਮੇਰੀ ਕਾਮਣ ਹੈ, ਮੇਰੇ ਨਾਲ ਰਹਿੰਦੀ ਹੈ, 8 ਪਹਿਰ ਮੇਰੇ ਨਾਲ ਰਹਿੰਦੀ ਹੈ। ਭਗਤੀ ਰੂਪੀ ਕਾਮਣ ਦਾ ਜਨਮ ਕਿੱਥੋਂ ਹੋਇਆ? ਸਾਹਿਬ ਕਹਿੰਦੇ ਨੇ ਸਾਹਾ
ਸਰਮ ਸੁਰਤ ਦੋਵੇਂ ਸਤਸੁਰ ਭੈ। ਸ਼ਰਮ ਮਿਹਨਤ, ਸੁਰਤ ਸਿਆਣਪ ਵਿਚਾਰ ਟਿਕਾਓ ਇਕਾਗਰਤਾ। ਮਿਹਨਤ ਰੂਪੀ ਸੋਹਰਾ ਤੇ ਸੁਰਤ ਰੂਪੀ ਸੱਸ ਦੇ ਸੰਜੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਸ ਦਾ ਨਾਂ ਹੈ ਭਗਤੀ। ਸਾਹਿਬ ਕਹਿੰਦੇ ਨੇ ਇਹ ਮੇਰੀ ਕਾਮਣ ਹੈ, ਇਹ ਮੇਰੀ ਇਸਤਰੀ ਹੈ। ਇਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ ਹੈ। ਨਿਜ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ, ਜਿਚਰ ਵਸੀ ਪਿਤਾ ਕੇ ਸਾਥ, ਤਿਚਰ ਕੰਤ ਬਹੁ ਫਿਰੇ ਉਦਾਸ, ਕਰ ਸੇਵਾ ਸਤਪੁਰਖ ਮਨਾਇਆ, ਗੁਰ ਆਣੀ ਘਰ ਮੇਂ ਤਾਂ ਸਰਬ ਸੁਖ ਪਾਇਆ। ਭਗਤੀ ਨੂੰ ਨਾਰ ਆਖਿਆ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ। ਕਹਿੰਦੇ ਨੇ ਗਿਆਨ ਪੁਰਸ਼ ਹੈ, ਭਗਤੀ ਇਸਤਰੀ ਹੈ। ਗਿਆਨ ਦਾ ਜਨਮ ਤਰਕ ਤੋਂ ਹੈ, ਸੰਸਿਆਂ ਤੋਂ ਹੈ। ਭਗਤੀ ਦਾ ਜਨਮ ਸ਼ਰਧਾ ਤੋਂ ਹੈ। ਇਸ ਵਾਸਤੇ ਅਸੀਂ ਅਕਸਰ ਦੇਖਦੇ ਹਾਂ ਕਿ ਇਸਤਰੀ ਜਗਤ ਵਿੱਚ ਸ਼ਰਧਾ ਪ੍ਰਧਾਨ ਆਉਂਦੀ ਹੈ, ਪੁਰਸ਼ ਜਗਤ ਵਿੱਚ ਗਿਆਨ ਪ੍ਰਧਾਨ ਹੁੰਦਾ ਹੈ। ਪਰ ਸ਼ਰਧਾ ਤੋਂ ਹੀਣਾ ਗਿਆਨ ਅਧੂਰਾ ਹੈ ਔਰ ਗਿਆਨ ਤੋਂ ਹੀਣੀ ਭਗਤੀ ਵੀ ਅਧੂਰੀ ਹੈ। ਦੋਹਾਂ ਨੇ ਸੰਪੂਰਨ ਹੋਣਾ ਹੈ। ਭਾਰਤ ਦੇ ਰਿਸ਼ੀ ਮੁਨੀਆਂ ਨੇ ਇਹ ਚੰਗੇ ਬੋਲ ਬੋਲੇ ਨੇ ਕਿ ਪੁਰਸ਼ ਵੀ ਅਰਧ ਅੰਗ ਹੈ, ਇਸਤਰੀ ਵੀ ਅਰਧ ਅੰਗ ਹੈ। ਦੋਵੇਂ ਅਰਧ ਅੰਗ ਨੇ। ਸਰੀਰ ਕਰਕੇ ਆਕਾਰ ਕਰਕੇ ਤੇ ਇਹ ਅਰਧ ਅੰਗ ਹਨ, ਪਰ ਵਿਚਾਰ ਕਰਕੇ ਸੂਖਸ਼ਮ ਦੇਹੀ ਕਰਕੇ ਵੀ ਅਰਧ ਅੰਗ ਹੈ। ਜਿਤਨੇ ਚਿਰ ਤੱਕ ਪੁਰਸ਼ ਨੂੰ ਸ਼ਰਧਾ ਨਾ ਮਿਲ ਜਾਏ, ਪੁਰਸ਼ ਅਧੂਰਾ ਹੀ ਰਹਿੰਦਾ ਹੈ। ਤਰਕ ਤੇ ਨਾਸਤਿਕਤਾ ਦੇ ਜਨਮ ਦਾਤੇ ਪੁਰਸ਼ ਨੇ ਔਰ ਅੰਧ ਵਿਸ਼ਵਾਸ ਤੇ ਭਟਕਦੇ ਹੋਏ ਜਿਹੜੇ ਮਨੁੱਖ ਨੇ, ਕਹਿੰਦੇ ਨੇ ਇਹਨਾਂ ਦੇ ਵਿੱਚ ਤਾਦਾਦ ਇਸਤਰੀਆਂ ਦੀ ਜ਼ਿਆਦਾ ਹੋਵੇਗੀ, ਕਿਉਂਕਿ ਸ਼ਰਧਾ ਹੈ, ਗਿਆਨ ਨਹੀਂ। ਪੁਰਸ਼ ਕੋਲ ਗਿਆਨ ਹੈ, ਸ਼ਰਧਾ ਨਹੀਂ। ਦੋਵੇਂ ਅਧੂਰੇ ਰਹਿ ਜਾਂਦੇ ਨੇ। ਗਿਆਨ ਅੱਖ ਹੈ, ਸ਼ਰਧਾ ਪੈਰ ਹੈ। ਹੁਣ ਚੱਲਣ ਵਾਸਤੇ ਪੈਰ ਹੋਵਨ, ਵੇਖਣ ਵਾਸਤੇ ਅੱਖ ਨਾ ਹੋਵੇ, ਮਨੁੱਖ ਭਟਕ ਜਾਏਗਾ। ਵੇਖਣ ਵਾਸਤੇ ਅੱਖ ਹੋਵੇ, ਚੱਲਣ ਵਾਸਤੇ ਪੈਰ ਨਾ ਹੋਵਨ, ਤਾਂ ਵੀ ਪਹੁੰਚਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਗਿਆਨ ਪੁਰਸ਼ ਹੈ, ਭਗਤੀ ਇਸਤਰੀ ਹੈ। ਜਦ ਕਿਸੇ ਮਨੁੱਖ ਦੇ ਅੰਦਰ, ਚਾਹੇ ਉਹ ਇਸਤਰੀ ਹੈ ਤੇ ਚਾਹੇ ਉਹ ਪੁਰਸ਼ ਹੈ, ਗਿਆਨ ਤੇ ਭਗਤੀ ਦੋਹਾਂ ਦਾ ਪ੍ਰਵੇਸ਼ ਹੋ ਜਾਏ, ਦੋਹਾਂ ਦਾ ਅਵਤਰਣ ਹੋ ਜਾਏ, ਉਹ ਮਨੁੱਖ ਪੂਰਨ ਪੁਰਖ ਹੋ ਜਾਂਦਾ ਹੈ। ਚਾਹੇ ਉਹ ਇਸਤਰੀ ਹੈ ਚਾਹੇ ਪੁਰਸ਼ ਹੈ, ਕਿਉਂਕਿ ਉਹਦੇ ਅੰਦਰ ਗਿਆਨ ਵੀ ਹੈ, ਉਹਦੇ ਅੰਦਰ ਭਗਤੀ ਵੀ ਹੈ, ਉਹਦੇ ਅੰਦਰ ਸ਼ਰਧਾ ਵੀ ਹੈ। तो गुरु नानक देव जी महाराज ने माता मत मत विचार उज्जवल मत ज्ञान का पहले जिक्र ही कर दिता है। शर्म सुरत दोए ससुर भय करनी कामन करमन लै, मेहनत मुशक्कत ए मेरा सौरा है। भाव मैनू अपनी मेहनत ते भरोसा है, मैनू अपनी मुशक्कत ते भरोसा है। गुरु नानक की दुनिया सुस्त नहीं है, आप मुशक्कत नूं बड़ी प्रधानता देंदे ने। उदम करेंदियां जीव तू कमावदियां सुख भुंच, ध्यावदियां तू प्रभु मिल, नानक उतरी चिंत। जिवें उद्यम करके ही धन कमाईदा है, उद्यम करके ही धर्म कमाईदा है। मुफ्त दे धन नहीं मिलता, मुफ्त दे धर्म भी नहीं मिलता। हो सकता है धन मुफ्त दे भी मिल जाए, धर्म कतई मुफ्त दे नहीं मिलता, कमाना पैंदा है, लाजमी कमाना पैंदा है। असीं देखदे हां पिता दा कमाया होया धन पुत्र नूं मिल जांदा है, कई दफा दादे दा कमाया होया धन पोतरे नूं मिल जांदा है, पर धर्म ते स्वयं कमाना पैंदा है, किसी दा कमाया होया नहीं मिल सकता। इस वास्ते संसार दे विच धन वधदा जा रहा है, धर्म घटदा जा रहा है, क्योंकि धन ते दूसरे दा भी मिल सकता है। प्यो दा धन पुत्र नूं मिल गया, दादे दा धन पोतरे नूं मिल गया, धन दी लाटरी भी निकल आउंदी है, धर्म दी लाटरी नहीं निकलती। धर्म ते स्वयं कमाना पैंदा है, आप कमाना पैंदा है, मेहनत करके कमाना पैंदा है। और ये निजी संपदा खुद निजी हत्थां नाल संग्रह करनी पैंदी है। इस वास्ते संसार दे विच धन वधदा जा रहा है और दिन ब दिन धर्म घटदा जा रहा है। इत्थे धर्म जो है प्यो पुत्र नूं नहीं दे सकता और पुत्र भी पिता नूं नहीं दे सकता। धन ऐसा है कि पुत्र ने कमाया वो पिता की झोली च पा सकता है और पिता ने कमाया वो पुत्र के हत्थां च दे सकता है, पर धर्म स्वयं कमाना पैंदा है। प्यो पुत्र नूं नहीं दे सकता, पुत्र पिता नूं नहीं दे सकता। इसका इतिहासक सबूत है गुरु रामदास जी महाराज की बड़ी कोशिश से कि मेरा जिहड़ा वड्डा पुत्र है पृथ्वी चंद, ये भी नाम का रसिया बने, ये भी बाणी पढ़े, ये भी परमात्मा नाल जुड़े, पर नहीं, वो झगड़दा ही रहा, वो नास्तिक ही रहा,
ਉਹ ਕਲੇਸ਼ ਪਾਉਂਦਾ ਰਿਹਾ। ਉਹਦੇ ਸੰਬੰਧ ਵਿੱਚ ਮਹਾਰਾਜ ਦੇ ਬੋਲ ਵੀ ਨੇ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ। ਉਹ ਲੜਦਾ ਹੀ ਰਿਹਾ, ਝਗੜਦਾ ਰਿਹਾ। ਇੱਛਾ ਖਾਹਿਸ਼ ਹੋਣ ਦੇ ਬਾਵਜੂਦ ਵੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਪ੍ਰਿਥੀ ਚੰਦ ਭਗਤ ਨਾ ਬਣ ਸਕਿਆ, ਸੰਤ ਨਾ ਬਣ ਸਕਿਆ, ਧਰਮੀ ਨਾ ਬਣ ਸਕਿਆ। ਇੱਥੇ ਪਿਤਾ ਪੁੱਤਰ ਦੀ ਝੋਲੀ 'ਚ ਨਹੀਂ ਪਾ ਸਕਿਆ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਪ੍ਰਹਿਲਾਦ ਦੀ ਬੜੀ ਕੋਸ਼ਿਸ਼ ਸੀ ਕਿ ਜਿਹੜਾ ਰਾਮ ਦਾ ਰਸ ਮੇਰੇ ਕੋਲ ਹੈ, ਜੋ ਧਰਮ ਮੇਰੇ ਕੋਲ ਹੈ, ਉਹ ਮੇਰੇ ਬਾਪੂ ਕੋਲ ਵੀ ਹੋਵੇ, ਉਹ ਮੇਰੇ ਪਿਤਾ ਕੋਲ ਵੀ ਹੋਵੇ। ਪਰ ਨਹੀਂ, ਹਰਨਾਕਸ਼ ਇਸ ਦੌਲਤ ਤੋਂ ਵਾਂਝਾ ਹੀ ਰਹਿ ਗਿਆ। ਜੋ ਨਾਮ ਦੀ ਦੌਲਤ ਪ੍ਰਹਿਲਾਦ ਕੋਲ ਸੀ, ਉਹ ਹਰਨਾਕਸ਼ ਕੋਲ ਨਹੀਂ ਸੀ। ਚਾਹੁੰਦੇ ਸਨ ਪ੍ਰਹਿਲਾਦ ਕਿ ਮੇਰੇ ਬਾਪੂ ਕੋਲ ਵੀ ਹੋਵੇ, ਪਰ ਗੱਲ ਨਹੀਂ ਬਣੀ। ਚਾਹੁੰਦੇ ਸਨ ਗੁਰੂ ਰਾਮਦਾਸ ਜੀ ਮਹਾਰਾਜ ਮੇਰੇ ਪੁੱਤਰ ਕੋਲ ਵੀ ਹੋਵੇ, ਪਰ ਗੱਲ ਨਾ ਬਣੀ। ਇੱਥੇ ਇੱਕ ਦੂਜੇ ਨੂੰ ਇਹ ਦੌਲਤ ਦਿੱਤੀ ਨਹੀਂ ਜਾ ਸਕਦੀ, ਸਵੈਮ ਕਮਾਣੀ ਪੈਂਦੀ ਹੈ, ਆਪ ਕਮਾਣੀ ਪੈਂਦੀ ਹੈ। ਮਨੁੱਖ ਉਸੇ ਦਿਨ ਪੂਰਨ ਬਣਦਾ ਹੈ, ਧਾਰਮਿਕ ਤੌਰ ਤੇ ਉਸੇ ਦਿਨ ਧਨਵਾਨ ਬਣਦਾ ਹੈ ਜਿਸ ਦਿਨ ਇਸ ਦੇ ਕੋਲ ਗਿਆਨ ਵੀ ਹੋਵੇ ਔਰ ਸ਼ਰਧਾ ਵੀ ਹੋਵੇ, ਅੰਦਰੋਂ ਪੂਰਨ ਹੋ ਜਾਂਦਾ ਹੈ। ਤੋ ਸਾਹਿਬ ਕਹਿੰਦੇ ਨੇ, ਮਿਹਨਤ ਮੁਸ਼ੱਕਤ ਇਹ ਮੇਰਾ ਸਹੁਰਾ ਹੈ, ਸੁਰਤ ਮੇਰੀ ਸੱਸ ਹੈ। ਇਹਨਾਂ ਦੇ ਸੰਜੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਸ ਦਾ ਨਾਂ ਹੈ ਭਗਤੀ। ਸਾਹਿਬ ਕਹਿੰਦੇ ਨੇ ਉਹ ਮੇਰੀ ਕਾਮਣ ਹੈ, ਕਰਨੀ ਕਾਮਣੇ ਕਰ ਮਨ ਲੈ। ਤਾਂ ਤ੍ਰਿਪਤਾ ਜੀ ਬੋਲ ਉੱਠੇ, ਨਾਨਕ ਜੀ ਸੁਲੱਖਣੀ ਦੇ ਨਾਲ ਵਿਆਹ ਅਸੀਂ ਕਰਾਇਆ ਸੀ, ਭਗਤੀ ਰੂਪੀ ਕਾਮਣ ਨਾਲ ਵਿਆਹ ਕਿਸ ਨੇ ਕਰਾਇਆ ਔਰ ਕਦੋਂ ਹੋਇਆ? ਗੁਰੂ ਨਾਨਕ ਇਸ ਦੇ ਸੰਬੰਧ ਵਿੱਚ ਵੀ ਦੱਸਦੇ ਨੇ। ਸਾਹਿਬ ਕਹਿੰਦੇ ਨੇ, ਸਾਹਾ ਸੰਜੋਗ ਵਿਆਹ ਵਿੰਜੋਗ। ਸਤਪੁਰਸ਼ਾਂ ਦਾ ਜੋ ਸੰਜੋਗ ਹੋਇਆ, ਜੋ ਸਤਸੰਗ ਨਸੀਬ ਹੋਏ, ਇਹ ਮੇਰੀ ਮੰਗਣੀ ਹੋਈ ਸੀ। ਸਤਪੁਰਸ਼ਾਂ ਦੀ ਸੋਭਤ ਵਿੱਚ ਮੈਂ ਬੈਠਾ ਤਾਂ ਭਗਤੀ ਨਾਲ ਰਿਸ਼ਤਾ ਜੁੜਿਆ। ਸਤਸੰਗ ਦਾ ਸੰਜੋਗ ਮੇਰੀ ਮੰਗਣੀ ਹੋਈ ਸੀ, ਤੇ ਜਦ ਵਿਕਾਰਾਂ ਦਾ ਵਿਯੋਗ ਹੋ ਗਿਆ, ਦੁਰਾਚਾਰ ਨਿਕਲ ਗਏ, ਦੁਸ਼ਕਰਮ ਢਹਿ ਗਏ, ਤਾਂ ਮੇਰਾ ਵਿਆਹ ਹੋ ਗਿਆ। ਇਹ ਮੇਰਾ ਵਿਆਹ ਹੋਇਆ। ਦੁਸ਼ਕਰਮ ਦੇ ਖਤਮ ਹੁੰਦਿਆਂ, ਗਲਤ ਵਿਚਾਰਾਂ ਦੇ ਖਤਮ ਹੁੰਦਿਆਂ, ਗਲਤ ਕਰਮ ਦੇ ਮਿਟਦਿਆਂ ਹੀ ਭਗਤੀ ਪ੍ਰਗਟ ਹੋ ਗਈ। ਭਗਤੀ ਮੈਨੂੰ ਮਿਲ ਗਈ। ਸਾਹਾ ਸੰਜੋਗ ਵਿਆਹ ਵਿਜੋਗ, ਸਤਪੁਰਸ਼ਾਂ ਦੇ ਸੰਜੋਗ ਨਾਲ ਰਿਸ਼ਤਾ ਜੁੜਿਆ ਸੀ। ਗੁਲਿਸਤਾਨ ਵਿੱਚ ਇੱਕ ਬੋਲ ਬੜਾ ਕੀਮਤੀ ਹੈ। ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਦੀ ਇਹ ਮਹਾਨ ਰਚਨਾ ਹੈ ਗੁਲਿਸਤਾਨ। ਕਹਿੰਦੇ ਨੇ, ਉਹ ਇੱਕ ਦਿਨ ਬੈਠੇ ਸਨ, ਹੱਥ ਧੋ ਰਹੇ ਸਨ ਮਿੱਟੀ ਦੇ ਨਾਲ। ਕੋਲ ਬੈਠੇ ਉਹਨਾਂ ਦੇ ਸ਼ਾਗਿਰਦ ਉਹ ਪੁੱਛਦੇ ਨੇ, ਉਸਤਾਦ ਜੀ ਤੁਹਾਡੇ ਚਿਹਰੇ ਤੇ ਹਰ ਵਕਤ ਮਸਤੀ ਰਹਿੰਦੀ ਹੈ, ਰੌਣਕ ਰਹਿੰਦੀ ਹੈ, ਤੁਸੀਂ ਖੁਸ਼ ਰਹਿੰਦੇ ਹੋ, ਆਨੰਦ ਦੇ ਚ ਰਹਿੰਦੇ ਹੋ, ਜਦ ਕਿ ਅੱਠੇ ਪੈਰ ਆਪਣੇ ਆਪ ਨੂੰ ਖੁਸ਼ ਰੱਖਣਾ ਬੜੀ ਔਖੀ ਗੱਲ ਹੈ, ਪਰ ਤੁਸੀਂ ਅੱਠੇ ਪੈਰ ਖੁਸ਼ ਰਹਿੰਦੇ ਹੋ, ਅੱਠੇ ਪੈਰ ਪ੍ਰਸੰਨ ਰਹਿੰਦੇ ਹੋ, ਅੱਠੇ ਪੈਰ ਖੇੜੇ ਤੇ ਮਸਤੀ ਵਿੱਚ ਰਹਿੰਦੇ ਹੋ। ਆਖਿਰ ਤੁਹਾਡੇ ਕੋਲ ਐਸੀ ਕੀ ਚੀਜ਼ ਹੈ? ਸਾਨੂੰ ਵੀ ਇਹ ਰਾਜ਼ ਦੱਸੋ। ਤਾਂ ਕਹਿੰਦੇ ਨੇ, ਜੋ ਮਿੱਟੀ ਹੱਥਾਂ ਦੇ ਸੀ ਸ਼ੇਖ ਸਾਦੀ ਦੇ, ਉਸ ਮਿੱਟੀ ਨੂੰ ਆਪ ਸੁੰਘਣ ਲੱਗ ਪਏ। ਕਾਫੀ ਦੇਰ ਤੱਕ ਸੁੰਘਦੇ ਰਹੇ। ਸ਼ਾਗਿਰਦ ਕਹਿੰਦੇ ਰਹੇ, ਉਸਤਾਦ ਜੀ ਸਾਨੂੰ ਦੱਸੋ ਕਿ ਤੁਹਾਡੇ ਕੋਲ ਇਤਨੀ ਪ੍ਰਸੰਨਤਾ ਕਿਸ ਤਰ੍ਹਾਂ ਹੈ, ਇਤਨਾ ਖੇੜਾ ਕਿਸ ਤਰ੍ਹਾਂ ਹੈ? ਸ਼ੇਖ ਸਾਦੀ ਕਹਿਣ ਲੱਗੇ, ਤੁਹਾਡਾ ਸਵਾਲ ਮੈਂ ਮਿੱਟੀ ਤੇ ਕੀਤਾ ਹੈ, ਮਿੱਟੀ ਬੋਲੇਗੀ, ਮੈਂ ਦੱਸਾਂਗਾ। ਹੈਰਾਨ ਨੇ ਵਿਦਿਆਰਥੀ, ਪਰ ਬੜੀ ਸੁੰਦਰ ਨਜ਼ਮ ਦੇ ਰਾਹੀਂ ਵਿਦਿਆਰਥੀਆਂ ਨੂੰ ਸਮਝਾਇਆ ਹੈ ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਨੇ। ਗਿਲੇ ਖੁਸ਼ਬੂ ਦਰ ਹੁਮਾਮ ਰੋਜ਼ੇ, ਰਸੀਦ ਅਜ਼ ਦਸਤੇ ਮਹਿਬੂਬ ਬਦਸਤਮ। ਕਹਿੰਦਾ ਹੈ ਕਿ ਇੱਕ ਦਿਨ ਘਰ ਵਾਲੀ ਦੇ ਹੱਥੋਂ ਮੈਨੂੰ ਖੁਸ਼ਬੂਦਾਰ ਮਿੱਟੀ ਹੱਥ ਧੋਣ ਵਾਸਤੇ ਪ੍ਰਾਪਤ ਹੋਈ। ਗੁਫਤਮ ਤੂੰ ਮੁਸ਼ਕੀ ਅੰਬਰ ਜਾਂ ਅੰਬੇਰੀ ਕਿ ਅਜ਼ ਖੁਸ਼ਬੂ ਦਿਲਾਂ ਵੀ ਜ਼ੇ ਤੋਂ ਮਸਤਮ। ਸ਼ੇਖ ਸਾਦੀ ਸਾਹਿਬ ਕਹਿੰਦੇ, ਮੈਂ ਬੋਲਿਆ ਉਸ ਮਿੱਟੀ ਨੂੰ, ਆਖਿਆ ਦੱਸ ਤੂੰ ਮੁਸ਼ਕੀ ਹੈ, ਅੰਬਰ ਹੈ, ਅੰਬੇਰੀ ਹੈ, ਆਇਆ ਕਿਹੜਾ ਸੈਂਟ ਹੈ, ਕਿਹੜਾ ਅਤਰ ਹੈ ਤੂੰ, ਕਿਉਂਕਿ ਤੇਰੀ ਸੁਗੰਧੀ ਨੇ ਮੇਰੇ ਦਿਲ ਦਿਮਾਗ ਨੂੰ ਮੁਅੱਤਰ ਕਰ ਦਿੱਤਾ। ਐ ਤੇ ਤੂੰ ਮਿੱਟੀ। ਮੁਸ਼ਕੀ, ਅੰਬਰ, ਅੰਬੇਰੀ ਗਜ਼ਨੀ ਕਾਬਲ ਦੇ ਵਿੱਚ ਜੋ ਅਤਰ ਵਰਤੇ ਜਾਂਦੇ ਨੇ ਉਹਨਾਂ ਦੇ ਨਾਮ ਨੇ ਪ੍ਰਾਚੀਨ ਸਮੇਂ ਤੋਂ। ਗੁਫਤਮ ਤੂੰ ਮੁਸ਼ਕੀ ਅੰਬਰ ਜਾਂ ਅੰਬੇਰੀ ਕਿ ਅਜ਼ ਖੁਸ਼ਬੂ ਦਿਲਾਂ ਵੀ ਜ਼ੇ ਤੋਂ ਮਸਤਮ। ਦੱਸਤੇ ਸਹੀ ਤੂੰ ਮੁਸ਼ਕੀ ਹੈ,
अंबर हैं, अंबेरी हैं, कौन है, क्योंकि तेरी सुगंधी ने मेरे दिल दिमाग ਨੂੰ ਮੁਅੱਤਰ ਕਰ ਦਿੱਤਾ। शेख सादी लिखते हैं, मिट्टी बोली बाओ गुफ्ता मन गिले ना चीज बूदम वलैकिन मुद्दते बागुल निशस्तम। मिट्टी बोली, ऐ शेख, ऐ फकीर साईं, मैं एक नाचीज मिट्टी हाँ। बाओ गुफ्ता मन गिले नाचीज बूदम, गिले मिट्टी, मैं एक नाचीज मिट्टी हाँ। वलैकिन मुद्दते बागुल निशस्तम, पर मैं एक खास समय तक फुल्लां दे कोल रही हाँ, फुल्लां दी जड़ां दे विच रही हाँ, फुल्लां दी संगत कीती है। जमाले हम नशे दरमन असर करद वगरना मन हमा खाकम के हस्तम। फुल्लां दी संगत करके, फुल्लां दी नेड़ करके मेरे विच भी सुगंधी आ गई है, महक आ गई है, वरना मैं ते एक नाचीज मिट्टी हाँ। तो शेख सादी साहब कहने लगे, मैं एक नाचीज मिट्टी का पुतला, सतपुरुषों की सोहबत करके ये गुणा की सुगंधी मेरे अंदर पैदा हुई है। ये जो महक है ये मेरी अपनी नहीं, किसी तो मिली है। ये जो चमक दमक मेरे कोल है ये मेरी अपनी नहीं, मैनू किसी तो मिली है। तो साहिब गुरु नानक देव जी महाराज का फरमान, सतपुरुषों की जो सोहबत नसीब हुई ये मेरी मंगनी हुई, और संसारिक विकारां का जो त्याग हो गया ये मेरा विआह होया। तो त्रिपता जी ने पूछ लिया, पुत्र नानक, इस भगती रूपी कामण ने किसी संतत नूं भी जन्म दिता है? थोड़ी कोई औलाद भी है, थोड़ा कोई बच्चा भी है? क्योंकि परिवार बच्चे तो बिना भी तो अधूरा है। साहब कहते हाँ, सच संतत कहो नानक जोग, इस भगती रूपी कामण ने सच रूपी पुत्र नूं जन्म दिता है, ज्ञान रूपी पुत्र नूं जन्म दिता है, ईश्वर नूं जन्म दिता है। हैरान होवोगे कि ईश्वर दे नाम भगत लोग रखते हैं। हुण माँ बाप बच्चों के नाम रखते हैं, पर भगत रब दे नाम रखते हैं जो जगत पिता। ये गल उल्टी है। माँ बाप बच्चों को जन्म देंदे ने, भगत रब नूं जन्म देंदे ने। साधु सतम जानो नानक प्रीत कारणे। गुरु अर्जन देव जी महाराज का कहना, अगर साधु ते भगत ना होवन तो ईश्वर की होंद का कोई पता भी नहीं चलेगा। ये वो ही प्रगट करते हैं, उसकी होंद नूं, उसकी असलीयत नूं, उसकी वास्तविकता नूं जगत के सामने रखते हैं। तो सच रूपी पुत्र नूं जन्म दिता है, ज्ञान रूपी पुत्र नूं जन्म दिता है। कहो नानक जोग, मैं इसे ही परिवार जोगा। मुख्तसर इस परिवार की तफसील गुरु नानक का कहना है, जिथे सतसंग होवेगा उत्थे चंगी मत होवेगी, जिथे चंगी मत होवेगी उत्थे संतोख होवेगा, जिथे संतोख होवेगा उत्थे अपनी मेहनत ते भरोसा होवेगा, जिथे अपनी मेहनत ते ही भरोसा होवेगा, भरालवत ते भरोसा होवेगा, उत्थे सुरत दे च एकाग्रता होवेगी, जिथे सुरत दे च एकाग्रता होवेगी उत्थे विकारां दा त्याग होवेगा, जिथे विकारां दा त्याग होवेगा उत्थे भगती होवेगी, और जिथे भगती होवेगी उत्थे ज्ञान होवेगा, और जिथे ज्ञान होवेगा उत्थे परमात्मा आप होवेगा।